ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਗੱਲਬਾਤ ਅਸੀਂ ਕਿਸਾਨਾਂ ਬਾਰੇ ਕਰਾਂਗੇ। ਕਰਨਾਲ ਦੇ ਵਿੱਚ, ਹਰਿਆਣੇ ਦੇ ਵਿੱਚ ਜੋ ਕੁਝ ਕਿਸਾਨਾਂ ਦੇ ਨਾਲ ਹੋਇਆ, ਲਾਠੀ ਚਾਰਜ ਹੋਇਆ, ਖੂਨੋ ਖੂਨ ਕਿਸਾਨਾਂ ਨੂੰ ਕੀਤਾ ਗਿਆ। ਦੂਜੇ ਪਾਸੇ ਤਸਵੀਰਾਂ ਦੋ ਅਸੀਂ ਸਕਰੀਨ ਤੇ ਦੇਖੀਆਂ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਿੱਥੇ ਨਿਹੱਥਿਆਂ ਦੇ ਉੱਤੇ ਤਸ਼ੱਦਦ ਹੋਇਆ ਸੀਗਾ, ਗੋਲੀ ਕਾਂਡ ਹੋਇਆ ਸੀਗਾ, ਉਹਦਾ ਨਵੀਨੀਕਰਨ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ ਲੋਕ ਅਰਪਿਤ ਕੀਤਾ। ਤੇ ਇਧਰਲੇ ਪਾਸੇ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੇ ਕਿਸ ਤਰੀਕੇ ਨਾਲ ਕੁੱਟਿਆ, ਮਾਰਿਆ, ਖੂਨੋ ਖੂਨ ਕੀਤਾ। ਇਹ ਤਸਵੀਰਾਂ ਡੈਮੋਕ੍ਰੈਟਿਕ ਮੁਲਕ ਦੀਆਂ ਜਦੋਂ ਗੱਲ ਹੁੰਦੀ ਹੈ, ਬੀਜੇਪੀ ਕਹਿੰਦੀ ਹੈ ਕਿ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਹੱਕ ਹੈ ਆਪੋ ਆਪਣੀ ਗੱਲ ਰੱਖਣ ਦਾ, ਆਪੋ ਆਪਣੇ ਪੱਧਰ ਤੇ ਲੋਕਾਂ ਵਿੱਚ ਵਿਚਰਨ ਦਾ, ਪ੍ਰਦਰਸ਼ਨ ਕਰਨ ਦਾ, ਵਿਰੋਧ ਕਰਨ ਦਾ, ਜਿਸ ਢੰਗ ਨਾਲ ਵੀ। ਪਰ ਇਹ ਵਿਰੋਧ ਕਰਨ ਦਾ ਤਰੀਕਾ ਕਿਸਾਨਾਂ ਦਾ ਸਹੀ ਨਹੀਂ। ਕੌਣ ਕਿੱਥੇ ਗਲਤ ਹੈ, ਕੌਣ ਕਿੱਥੇ ਸਹੀ ਹੈ, ਲੋਕ ਜਾਣਦੇ ਨੇ। ਚਰਚਾ ਅਸੀਂ ਇਹਦੇ ਤੇ ਵੀ ਕਰਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਆਖਿਰਕਾਰ ਕਿਸ ਏਜੰਡੇ ਦੇ ਉੱਤੇ ਬੀਜੇਪੀ ਤੇ ਜੇਜੇਪੀ ਦੀ ਸਰਕਾਰ ਨੂੰ ਲਗਾਤਾਰ ਹੁਣ ਘੇਰਿਆ ਜਾ ਰਿਹਾ। ਕਿਸਾਨ ਕਿੱਥੇ ਸਹੀ ਨੇ, ਸਰਕਾਰ ਆਪਣਾ ਪੱਖ ਕਿਵੇਂ ਰੱਖਦੀ ਆ, ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਗੰਨਾ ਕਿਸਾਨਾਂ ਦਾ ਮਸਲਾ ਵੀ ਵਿਚਾਰਾਂਗੇ ਕਿ ਜਦੋਂ ਗੱਲ ਹੁੰਦੀ ਆ ਕਿ ਲੱਡੂ ਜਿਹੜਾ ਉਹ ਕੈਪਟਨ ਸਾਹਿਬ ਨੇ ਖਵਾ ਦਿੱਤਾ ਜਾਂ ਉਹਨਾਂ ਨੂੰ ਖਵਾ ਦਿੱਤਾ ਗਿਆ, ਕਿਤੇ ਬੀਜੇਪੀ ਵਾਲਾ ਲੱਡੂ ਖਾ ਕੇ ਦੇਖੋ। ਅਸੀਂ ਵੀ ਗੱਲਬਾਤ ਕਰਨ ਦੇ ਲਈ ਤਿਆਰ ਆ। ਪਰ ਜਿਹੋ ਜਿਹੇ ਹਾਲਾਤ ਬਣ ਰਹੇ ਨੇ, ਰਕੇਸ਼ ਟਕੈਤ ਸਾਹਿਬ ਕਹਿੰਦੇ ਕਿ 5 ਸਤੰਬਰ ਨੂੰ ਜਿਹੜੀ ਮੁਜ਼ੱਫਰਨਗਰ ਦੇ ਵਿੱਚ ਅਸੀਂ ਰੈਲੀ ਸੱਦੀ ਆ, ਉੱਥੇ ਵੱਡਾ ਇਕੱਠ ਸੱਦਿਆ ਆ, ਕਿਸਾਨਾਂ ਨੇ ਆਉਣਾ। ਇਸੇ ਕਰਕੇ ਸਰਕਾਰ ਜਿਹੜੀ ਉਹ ਇੱਕ ਪ੍ਰੈਸ਼ਰ ਬਣਾ ਰਹੀ ਹੈ ਕਿ ਕਿਸਾਨਾਂ ਨੂੰ ਡਰਾਇਆ ਜਾਵੇ, ਖਦੇੜਿਆ ਜਾਵੇ। 25 ਸਤੰਬਰ ਦਾ ਭਾਰਤ ਬੰਦ ਵੀ ਅੱਗੋਂ ਕਰਨਾ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ, ਕਿੱਦਾਂ ਦੇਖਦੇ ਹੋ ਇਹਨਾਂ ਤਸਵੀਰਾਂ ਨੂੰ ਜਿਹੜੀਆਂ ਕਰਨਾਲ ਤੋਂ ਸਾਹਮਣੇ ਆਈਆਂ, ਕਿਸਾਨਾਂ ਦੇ ਨਾਲ ਜੋ ਕੁਝ ਹੋਇਆ? ਦੇਖੋ ਸੁਖਵਿੰਦਰ ਜੀ, ਇੱਕ ਗੱਲ ਬੜੀ ਸਾਫ਼ ਆ, ਸ਼ੁਰੂ 'ਚ ਸਾਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀ ਕਿ ਜਿਹੜੀ ਕਿਸਾਨਾਂ ਦੀ ਮੂਵਮੈਂਟ ਚੱਲੀ ਹੈ ਉਹ ਲੌਜੀਕਲੀ ਹੌਲੀ 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 ਇਸ ਇਤਿਹਾਸਿਕ ਮੋੜ ਤੇ ਪਹੁੰਚ ਜੂਗੀ ਕਿ ਪੂਰੇ ਦੇ ਪੂਰੇ ਵਿਕਾਸ ਦੇ ਮਾਡਲ ਨੂੰ ਜਿਹੜਾ ਕਿ ਸਿਰ ਪਰ ਨੇ ਖੜਾ ਇਸ ਵੇਲੇ, ਉਸ ਨੂੰ ਪੈਰਾਂ ਭਾਰ ਖੜੇ ਕਰਨ ਲਈ ਇੰਨੀ ਵੱਡੀ ਬਜ਼ਿਦ ਹੋ ਜਾਊਗੀ ਜਾਂ ਵਿਸ਼ਾਲ ਤਾਕਤ ਬਣ ਜਾਊਗੀ। ਅੱਜ ਇੱਥੇ ਇੱਕ ਸੈਮੀਨਾਰ ਸੀ, ਉੱਥੇ ਕੁਝ ਚੰਗੇ ਪਤਵੰਤੇ ਸੱਜਣ ਵੀ ਆਏ ਸੀ, ਮੈਂ ਵੀ ਸ਼ਾਮਲ ਹੋਇਆ। ਉੱਥੇ ਸਾਰੇ ਗੱਲਬਾਤ ਤੋਂ ਬਾਅਦ ਸਾਰੰਸ਼ ਇਹ ਹੈਗਾ ਕਿ ਸਾਰੀ ਦੁਨੀਆ ਦੇ ਕਿਸਾਨ, ਭਾਵੇਂ ਉਹ 500 ਏਕੜ ਵਾਲੀ ਐਵਰੇਜ ਵਾਲੇ ਕਿਸਾਨ ਅਮਰੀਕਾ 'ਚ ਹੈਗੇ ਆ, ਜਾਨੀ 444 ਆ ਐਵਰੇਜ, ਭਾਵੇਂ ਉਹ ਕੈਨੇਡਾ ਦੇ 2000 ਐਵਰੇਜ ਏਕੜ ਜ਼ਮੀਨ ਵਾਲੇ ਹੈਗੇ ਆ, 2000 ਏਕੜ, ਭਾਵੇਂ ਉਹ 12000 ਏਕੜ ਐਵਰੇਜ ਜ਼ਮੀਨ ਬੰਦੇ ਦੀ, ਇੱਕ ਫਾਰਮਰ ਦੀ ਆਸਟ੍ਰੇਲੀਆ ਦੇ ਹੈਗੇ, ਸਾਰੀ ਜਗ੍ਹਾ ਕਿਸਾਨ ਕਰਜ਼ਾਈ ਹੈ। ਵੱਡੇ ਪੱਧਰ ਤੇ ਉਹਨਾਂ ਨੂੰ ਰਾਹਤ ਦੇ ਕੇ ਜਿਹੜਾ ਮਾਰਕੀਟ ਦਾ ਮੁੱਲ ਮਾਰਕੀਟ ਕਰ ਰਿਹਾ ਨਾ, ਕਿ ਮਾਰਕੀਟ ਨਾਲ ਜੋੜ ਕੇ ਕਿਸਾਨਾਂ ਨੂੰ ਅਸੀਂ ਬਹੁਤ ਅਮੀਰ ਕਰਨ ਜਾ ਰਹੇ ਹਾਂ। ਉੱਥੇ ਮਾਰਕੀਟ ਹੈ ਸਾਰੀ ਜਗ੍ਹਾ, ਤੇ ਮਾਰਕੀਟ ਦੇ ਸਾਹਮਣੇ ਉਹ ਖੜੇ ਨਹੀਂ ਹੋ ਪਾਉਂਦੇ। ਅੱਜ ਇੱਕ ਕਿਸਾਨ ਨੂੰ ਅਮਰੀਕਾ 'ਚ $62,000 ਸਮਝ ਲਓ ਤੁਸੀਂ ਕਿੰਨਾ ਹੁੰਦਾ, ਉਹਨੇ ਪੈਸੇ ਦੇ ਦੇ ਕੇ ਤੇ ਫਿਰ ਉਹਨਾਂ ਨੂੰ ਬਚਾਇਆ ਹੋਇਆ, ਤਾਂ ਵੀ ਮਰੀ ਜਾ ਰਹੇ ਆ, ਬਹੁਤ ਸਾਰੇ ਜ਼ਮੀਨਾਂ ਤੋਂ ਭੱਜੀ ਜਾ ਰਹੇ। ਸਾਡੇ ਦੇਸ਼ ਦੇ ਅੰਦਰ ਜਿਹੜੀ ਇਹ ਚਰਚਾ ਹੁੰਦੀ ਹੈਗੀ ਕਿ ਜਿਹੜੇ ਛੋਟੇ ਆ ਕਿਸਾਨ, ਜ਼ਮੀਨਾਂ ਥੋੜੀਆਂ, ਕਿਸਾਨਾਂ ਨੂੰ ਬਾਹਰ ਕੱਢਣਾ ਚਾਹੀਦਾ, ਫਲਾਨਾ ਟਮਕਾਣਾ, ਅਸਲ 'ਚ ਸਾਰੇ ਦਾ ਸਾਰਾ ਕਾਰਪੋਰੇਟ ਏਜੰਡਾ, ਜਿਹੜੇ ਕਿਸਾਨ ਲੀਡਰ ਉਹਨੂੰ ਚੰਗੀ ਤਰ੍ਹਾਂ ਸਮਝ ਗਏ ਆ। ਉਹ ਕੀ ਚਾਹੁੰਦੇ ਆ? ਕਾਰਪੋਰੇਟ ਦੋ ਗੱਲਾਂ ਚਾਹੁੰਦੇ ਆ। ਕਿਸਾਨਾਂ ਦੀ ਕੀਮਤ ਜਿਹੜੀ ਆ ਜਿਣਸ ਦੀ, ਉਹ ਬਿਲਕੁਲ ਕੌਡੀਆਂ ਦੇ ਭਾਅ ਵਿਕਣੀ ਚਾਹੀਦੀ ਆ। ਕਾਰਨ ਕਿ ਕਿਸਾਨ ਹਤਾਸ਼ ਰਹਿਣ, ਇੱਕ ਸਲੇਵ ਦੀ ਤਰ੍ਹਾਂ ਕੰਮ ਕਰਦੇ ਰਹਿਣ, ਕੌਮ ਦੀ ਖਾਤਰ, ਦੇਸ਼ ਭਗਤੀ ਦੀ ਖਾਤਰ। ਕਰਜ਼ੇ 'ਚ ਮਰਦੇ ਤੇ ਮਰੀ ਜਾਣ, ਕਿਸੇ ਨੂੰ ਕੋਈ ਚਿੰਤਾ ਨਹੀਂ ਹੈਗੀ, ਪਰ ਉਹਨਾਂ ਦੀ ਜਿਣਸ ਦਾ ਭਾਅ ਵਧਣਾ ਨਹੀਂ ਚਾਹੀਦਾ। ਇਹ ਕਾਰਪੋਰੇਟ ਕਰੈਕਟਰ ਦਾ ਇੱਕ ਫੰਡਾ। ਦੂਜਾ, ਜਿਨ੍ਹਾਂ ਦਾ ਨਹੀਂ ਸਰਦਾ ਉਹ ਵੱਧ ਤੋਂ ਵੱਧ ਆਪਣੇ ਆਪ ਸ਼ਹਿਰਾਂ 'ਚ ਆ ਜਾਣ। ਇਸ ਗੱਲ ਦਾ ਜਿਹੜੀ ਦੁਨੀਆ ਦੀਆਂ ਏਜੰਸੀਆਂ ਆ, IMF ਜਾਂ ਵਰਲਡ ਬੈਂਕ ਜਾਂ ਹੋਰ, ਉਹ ਇਹ ਚਾਹੁੰਦੀਆਂ, 25 ਸਾਲ ਪਹਿਲਾਂ ਉਹ ਇਸ ਗੱਲ ਦਾ ਏਜੰਡੇ ਨੂੰ ਤੈਅ ਕਰ ਚੁੱਕੀਆਂ ਕਿ ਸਾਡੇ ਦੇਸ਼ ਦੇ ਵਿੱਚ 40 ਕਰੋੜ ਲੋਕਾਂ ਨੂੰ ਪਿੰਡਾਂ ਤੋਂ ਬਾਹਰ ਕੱਢ ਕੇ ਸ਼ਹਿਰਾਂ ਵੱਲ ਧੱਕਣਾ।
ਤੁਸੀਂ ਅੰਦਾਜ਼ਾ ਲਾਓ 40 ਕਰੋੜ ਲੋਕ ਪਹਿਲਾਂ ਹੀ ਸ਼ਹਿਰਾਂ 'ਚ ਨਹੀਂ ਹੈਗੇ ਇੰਨੇ। ਜੇ ਇੰਨੇ ਹੋਰ ਆ ਜਾਣਗੇ ਤੇ ਪਹਿਲਾਂ ਦੇ ਸਿਰ ਤੇ ਛੱਤ ਨਹੀਂ। ਇਹ ਇੰਟਰਨੈਸ਼ਨਲ ਏਜੰਸੀਆਂ, ਫੰਡਿੰਗ ਏਜੰਸੀਆਂ, ਜਿਹਦਾ ਪੌਣੇ 2 ਲੱਖ ਨਹੀਂ 170 ਲੱਖ ਕਰੋੜ ਰੁਪਈਆ ਸਾਡੇ ਦੇਸ਼ ਦੀ ਸਰਕਾਰ ਕਰਜਾਈ ਹੈ। ਉਹ ਏਜੰਸੀਆਂ ਇਹਨਾਂ ਨੂੰ ਡਿਕਟੇਟ ਕਰਦੀਆਂ ਕਿ ਗਾਂ ਅਸੀਂ ਤੁਹਾਡੀ ਬਾਂਹ ਮਰੋੜਾਂਗੇ। ਇੰਨੇ ਦੇਣਦਾਰ ਆ ਅਸੀਂ ਇੰਟਰਨੈਸ਼ਨਲ ਫੰਡਿੰਗ ਏਜੰਸੀਆਂ ਦੇ। ਸਾਡਾ ਦੇਸ਼ ਦੇ ਵੇਚਿਆ ਹੋਇਆ। ਇਹ ਗਾਂ ਹੋਰ ਲੋਕਾਂ ਦੀ ਸੰਘੀ ਮਰੋੜ ਕੇ ਘਰ ਦੇ ਜਿਹੜੇ ਬਣੇ ਹੋਏ 4 ਜਣੀ ਛਿੱਲੜ ਜਿਹਨੂੰ ਕਹਿੰਦੇ ਆ ਪਬਲਿਕ ਸੈਕਟਰ ਆ, ਉਹਨੂੰ ਵੇਚ ਕੇ ਕਾਰਪੋਰੇਟਾਂ ਨੂੰ ਫੜਾਉਣਾ ਚਾਹੁੰਦੇ ਆ। ਉਹੋ ਹੀ ਦੁਨੀਆ ਦੀਆਂ ਏਜੰਸੀਆਂ ਨੂੰ ਤੇ ਆਪਣੇ ਘਰੇਲੂ ਉਹਨਾਂ ਦੇ ਜਿਹੜੇ ਬਚੜੇ ਆ ਦੁਨੀਆ ਦੀਆਂ ਏਜੰਸੀਆਂ ਦੇ ਕਾਰਪੋਰੇਟ, ਅਡਾਨੀ, ਅੰਬਾਨੀ ਤੇ ਉਹਨਾਂ ਵਰਗੇ ਹੋਰ, ਇਹ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ। ਇਹ ਸਾਰੀ ਗੱਲ ਜਿਹੜੀ ਆਪਾਂ ਸਮਝੇ ਆ, ਇੱਕੋ ਹੀ ਇੱਕ ਮੁੱਦਾ ਆ ਕਿ ਸ਼ਹਿਰਾਂ 'ਚ ਸਸਤੀ ਤੋਂ ਸਸਤੀ ਲੇਬਰ ਮਿਲੇ। ਸਸਤੀ ਲੇਬਰ ਤਾਂ ਮਿਲੂਗੀ ਜ਼ਿਆਦਾ ਤੋਂ ਜ਼ਿਆਦਾ ਇੱਥੇ ਕਰਾਊਡਡ ਹੋਊਗਾ। 2 ਰੋਟੀਆਂ ਖਾਣ ਲਈ ਬੰਦਾ ਆਤਰ ਹੋਊਗਾ। ਉਹ ਕਹੂਗਾ ਯਾਰ ਮੈਨੂੰ 500 ਨਹੀਂ ਦਿਓ, ਤੁਸੀਂ 200 ਹੀ ਦੇ ਦਿਓ, ਮੈਂ ਇੱਕ ਗੁਲਾਮਾਂ ਵਾਲੀ ਜ਼ਿੰਦਗੀ ਜੀ ਲੂੰਗਾ। ਮਰਨਾ ਤੇ ਬੜਾ ਮੁਸ਼ਕਲ ਹੈਗਾ। ਕੁਝ ਮਰ ਵੀ ਜਾਣਗੇ, ਭੁੱਖਮਰੀ ਨਾ ਮਰਨਗੇ, ਬਿਮਾਰੀਆਂ ਨਾ ਮਰਨਗੇ। ਇਹ ਸਾਡੇ ਦੇਸ਼ ਦਾ ਵੱਡਾ ਸੰਕਟ ਹੈਗਾ। ਇਹਦੀ ਪਲੈਨਿੰਗ ਸਕੀਮ ਤੈਅ ਹੋ ਗਈ, ਜਿਹਦਾ ਮੋਦੀ ਲਗਾਤਾਰ ਇੱਕ ਕੁਹਾੜਾ ਲੈ ਕੇ ਦੇਸ਼ ਦੇ ਵਿੱਚ ਵੱਢ ਟੁੱਕ, ਮਤਲਬ ਮੈਟਾਫਰੀ, ਅਸਲ ਮਾਨਿਆਂ 'ਚ ਨਹੀਂ, ਜਿਹੜੀ ਹਰ ਪਾਸਿਓਂ, ਭਾਵੇਂ ਉਹ ਬਜਟ ਵਿੱਚ ਵੱਢ ਟੁੱਕ ਕਰਨੀ ਪੈਂਦੀ ਆ, ਭਾਵੇਂ ਉਹ ਕਿਸੇ ਸੰਵਿਧਾਨ 'ਚ ਵੱਢ ਟੁੱਕ ਕਰਨੀ ਪੈਂਦੀ ਆ, ਭਾਵੇਂ ਲੋਕਾਂ ਦੇ ਹੱਕ ਹਕੂਕਾਂ ਦੀ ਵੱਢ ਟੁੱਕ ਕਰਨੀ ਪੈਂਦੀ ਆ, ਪਰ ਇੱਕ ਕੁਹਾੜਾ ਲੈ ਕੇ ਵੁੱਡ ਕਟਰ ਵਾਂਗੂ ਜਿਹੜੇ ਹੁੰਦੇ ਆ ਉਹਨਾਂ ਵਾਂਗੂ ਇਹ ਲਗਾਤਾਰ ਚਾਰੇ ਪਾਸੇ ਹਾਹਾਕਾਰ ਮਚਾਤੀ। ਮੈਂ ਸੱਚੀ ਗੱਲ ਦੱਸਾਂ, ਇਹੀ ਕਾਰਨ ਆ ਕਿ ਕਿਸਾਨਾਂ ਨੂੰ ਜਦੋਂ ਇਸ ਗੱਲ ਦਾ ਇਲਮ ਹੋ ਗਿਆ, ਇਹ ਤੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿੱਚਣੀ ਚਾਹੁੰਦੇ ਆ, ਸਾਨੂੰ ਘਰੋਂ ਬੇਘਰ ਕਰਨਾ ਚਾਹੁੰਦੇ ਆ, ਤਾਂ ਉਹਨਾਂ ਦਾ ਗੁੱਸਾ ਜਿਹੜਾ ਕਦੇ ਵੀ ਠੰਡਾ ਹੋਣ ਦਾ ਨਾਂ ਨਹੀਂ ਲੈਂਦਾ। ਉਹ ਕਹਿੰਦੇ ਕਿ ਫਿਰ ਠੀਕ ਹੈ, ਜੇ ਆਰ ਪਾਰ ਦੀ ਲੜਾਈ ਆ ਤੇ ਫਿਰ ਆ ਜਾਓ, ਫਿਰ ਮਰਨਾ ਆ ਤੇ ਫਿਰ ਹੁਣੇ ਹੀ ਮਰੋ। ਇਹੀ ਕਾਰਨ ਆ ਕਿ ਕਿਸਾਨ 9 ਮਹੀਨਿਆਂ ਤੋਂ ਬਾਅਦ ਵੀ ਪਿੱਛੇ ਘਰਾਂ ਨੂੰ ਪਰਤਣ ਲਈ ਬਿਲਕੁਲ ਤਿਆਰ ਨਹੀਂ ਹੈ, ਸਗੋਂ ਹੋਰ ਉੱਥੇ ਪੱਕੇ ਘਰ ਪਾ ਲਏ ਆ, ਨਹੀਂ ਉਹ ਪਰਤਦੇ, ਕਿਉਂਕਿ ਉਹ ਉੱਥੇ ਇੱਕ ਸਮਝ ਲਓ ਤੁਸੀਂ ਕੰਟੋਨਮੈਂਟ ਬਣ ਗਿਆ। ਮੈਂ ਜਿਵੇਂ ਪਹਿਲਾਂ ਕਹਿੰਦਾ ਸੀਗਾ ਕਿ ਇਹ ਬੇਗਮਪੁਰਾ ਸ਼ਹਿਰ ਵਸ ਗਿਆ ਔਰ ਉੱਥੇ ਸਾਡੇ ਜਿਹੜੇ ਫੌਜੀ ਕਿਸਾਨ ਆ ਬੈਠ ਗਏ ਆ, ਉੱਥੇ ਆਪਸ ਵਿੱਚ ਤੇ ਪਿਆਰ ਸਤਿਕਾਰ ਅਦਬ ਦੇ ਨਾਲ ਇੱਕ ਦੂਜੇ ਦੀ ਸੇਵਾ ਕਰਕੇ ਭਰਾਤਰੀ ਪਿਆਰ ਨਾਲ ਰਹਿਣਗੇ। ਲੇਕਿਨ ਅਗਰ ਕੋਈ ਦੁਸ਼ਮਣ ਆਊਗਾ ਤਾਂ ਫਿਰ ਇਹ ਸਾਰੇ ਫੌਜੀ। ਦਿੱਲੀ ਨੂੰ ਘੇਰਾ ਪਾਇਆ, ਇਹ ਘੇਰਾ ਹੋਰ ਮਜ਼ਬੂਤ ਹੋਊ। ਅੱਜ ਕਿਹੜੀ ਏਡੀ ਵੱਡੀ ਗੱਲ ਸੀ ਸੁਖਵਿੰਦਰ, ਆਪਣੇ ਹੀ ਬੰਦੇ ਸੀਗੇ। ਤੁਹਾਨੂੰ ਪਤਾ ਕਿ ਤੁਸੀਂ ਡਾਕਾ ਮਾਰ ਰਹੇ ਹੋ, ਲੋਕਾਂ ਦੀਆਂ ਜ਼ਮੀਨਾਂ ਤੇ ਮਰਵਾਉਣਾ ਚਾਹੁੰਦੇ ਆ, ਕਿਸਾਨਾਂ ਨੂੰ ਖਦੇੜਨਾ ਚਾਹੁੰਦੇ। ਜੇ ਕਿਸਾਨ ਇੱਕ ਡੈਮੋਕ੍ਰੇਸੀ 'ਚ ਪ੍ਰੋਟੈਸਟ ਵੀ ਨਹੀਂ ਕਰ ਸਕਦੇ, ਅੰਦੋਲਨ ਵੀ ਨਹੀਂ ਕਰ ਸਕਦੇ, ਆਪਣੀ ਗੁਹਾਰ ਵੀ ਨਹੀਂ ਲਾ ਸਕਦੇ, ਫਿਰ ਤੇ ਤਾਨਾਸ਼ਾਹੀ ਹੋ ਗਈ। ਫਿਰ ਤੇ ਕਾਨੂੰਨ ਦਾ ਰਾਜ ਨਹੀਂ ਹੈ, ਸੰਵਿਧਾਨ ਦਾ ਰਾਜ ਨਹੀਂ ਹੈ। ਜੋ ਲਹੂ ਲਹਾਨ ਕਰਨਾਲ 'ਚ ਕੀਤਾ, ਇਹੀ ਕਾਰਨ ਆ ਕਿ ਡਰਨ ਦੀ ਜਗ੍ਹਾ ਅੱਜ 150 ਜਗ੍ਹਾ ਹਰਿਆਣੇ 'ਚ ਸੜਕਾਂ ਬੰਦ ਹੋ ਗਈਆਂ। ਆ ਤੁਹਾਡੇ ਪੰਚਕੂਲੇ ਵੱਲ ਸੜਕ ਬੰਦ ਸੀਗੀ, ਚੰਡੀਗੜ੍ਹ 'ਚ ਪ੍ਰੋਟੈਸਟ ਜਗ੍ਹਾ ਹੋਇਆ। ਮੈਂ ਹੁਣੇ 6 ਤੋਂ 7 ਯੂਨੀਵਰਸਿਟੀ ਦੇ ਗੇਟ ਤੇ, ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੱਡਾ ਪ੍ਰੋਟੈਸਟ ਕਰਕੇ ਆਏ ਹਾਂ। ਉੱਥੇ ਕਿਸਾਨ ਲੀਡਰ ਡੱਲੇਵਾਲ ਵੀ ਸੀ, ਹੋਰ ਲੀਡਰ ਵੀ ਸੀਗੇ। ਕਹਿਣਾ ਮੈਂ ਇਹ ਚਾਹੁੰਦਾ ਆ ਕਿ ਜਿੰਨਾ ਦਬਾਅ ਡਾਂਗ ਸੋਟਾ ਮੋਦੀ ਦੇ ਚਹੇਤੇ ਤੇ ਮੋਦੀ ਦੇ ਕਹਿਣ ਤੇ ਕੋਈ ਵੀ ਸਰਕਾਰ ਕਿਸਾਨਾਂ ਤੇ ਵਰਾਊਗੀ, ਇਹ ਮੂਵਮੈਂਟ ਦੱਬਣ ਦੀ ਜਗ੍ਹਾ, ਕਮਜ਼ੋਰ ਹੋਣ ਦੀ ਜਗ੍ਹਾ ਹੋਰ ਵੱਡਾ ਵਿਸ਼ਾਲ ਤੇ ਵਿਕਰਾਲ ਰੂਪ ਧਾਰਨ ਕਰੂਗੀ। ਅੱਜ ਜੋ ਭਾਸ਼ਣ ਨੌਜਵਾਨਾਂ ਦੇ ਮੈਂ ਸੁਣੇ ਆ, ਜੋ ਉੱਥੇ ਨਾਰੇ ਲੱਗੇ, ਉਹ ਸੁਖਵਿੰਦਰ ਨਾਰੇ ਲੱਗ ਰਹੇ ਸੀ ਪੰਜਾਬ ਹਰਿਆਣੇ ਦੇ ਲੋਕਾਂ ਦਾ ਏਕਾ ਜਿੰਦਾਬਾਦ। ਇਹ ਕਦੀ ਸੋਚ ਸਕਦੇ ਹੋ ਤੁਸੀਂ? ਕਦੀ ਸੋਚ ਸਕਦੇ ਆ? ਨੌਜਵਾਨ ਨਾਰੇ ਲਾ ਰਹੇ। ਔਰ ਇੱਕ ਹਰਿਆਣਵੀ ਨੌਜਵਾਨ ਨੇ, ਰਿਸਰਚ ਸਕਾਲਰ ਨੇ, ਜੋ ਭਾਸ਼ਣ ਦਿੱਤਾ, ਮੈਨੂੰ ਐਨ ਇਸ ਗੱਲ ਦਾ ਭਰੋਸਾ ਹੋ ਗਿਆ ਕਿ ਦੇਸ਼ ਇੱਕ ਵੱਡੀ ਕ੍ਰਾਂਤੀ ਦੇ ਬਰੂਹਾਂ ਤੇ ਆ। ਜਦੋਂ ਨੌਜਵਾਨਾਂ ਦਾ ਗੁੱਸਾ ਇਸ ਗੱਲ ਦਾ ਆ ਜਾਏ ਉਹਨਾਂ ਨੂੰ, ਔਰ ਸਮਝ ਪੈ ਜਾਏ, ਕੱਲਾ ਗੁੱਸਾ ਹੀ ਨਹੀਂ, ਸਮਝ ਪੈ ਜਾਏ ਕਿ ਡਾਕੂ ਆਏ ਆ,
ਔਰ ਇਹ ਵਿਦੇਸ਼ੀ ਧਾੜਵੀਆਂ ਨਾਲੋਂ ਵੀ ਜ਼ਿਆਦਾ ਤਿਆਰੀ ਨਾਲ ਆਏ ਆ। ਔਰ ਇਹਨਾਂ ਨੂੰ ਜੇ ਅਸੀਂ ਨਕੇਲ ਨਾ ਪਾਈ ਤੇ ਇਹ ਸਾਡੇ ਤੇ ਬਹੁਤ ਭਾਰੀ ਪੈ ਜਾਣਗੇ। ਇਹ ਗੱਲ ਸਾਰੀ ਉੱਥੇ ਦੇ ਪ੍ਰੋਟੈਸਟ ਵਿੱਚੋਂ ਨਿਕਲ ਕੇ ਆਈ ਹੈ। ਮੈਂ ਤੁਹਾਨੂੰ ਇਸ ਦੀ ਜਿਹੜਾ ਤੁਸੀਂ ਅੱਜ ਸਵਾਲ ਖੜਾ ਕੀਤਾ, ਇਹੀ ਗੱਲ ਕਹੂੰਗਾ ਕਿ ਜੋ ਭਾਰਤ ਦੇ ਕਿਸਾਨਾਂ ਨੇ ਇਹ ਮੂਵਮੈਂਟ ਛੇੜੀ ਹੈਗੀ, ਜੋ ਅੱਜ ਤੱਕ ਵੱਡੇ ਵੱਡੇ ਇਕਨੋਮਿਸਟ ਵਰਲਡ ਬੈਂਕ ਦੇ, ਆਕਸਫੋਰਡ ਦੇ, ਹਾਰਵਰਡ ਦੇ, ਕੈਂਬਰਿਜ ਦੇ ਜਿਹੜੇ ਵੀ ਪੜ੍ਹਾਏ ਸੀ, ਉਹ ਸਾਰੀਆਂ ਪੜ੍ਹਾਈਆਂ ਨੂੰ ਉਲਟਾ ਕੇ ਰੱਖ ਦੇਣਗੇ। ਇਹ ਭਾਰਤ ਦੇ ਕਿਸਾਨ ਸੁਖਵਿੰਦਰ ਜਿਸ ਸ਼ਿੱਦਤ ਦੇ ਨਾਲ, ਜਿਸ ਸੋਚ ਦੇ ਨਾਲ, ਜਿਸ ਅਕਲ ਦੇ ਨਾਲ ਏਡਾ ਵੱਡੀ ਮੂਵਮੈਂਟ ਲਾਂਚ ਕਰ ਚੁੱਕੇ ਆ, ਇਹ ਸਾਰੀ ਦੁਨੀਆ ਦੇ ਜਿਹੜੇ ਵੱਡੇ ਵੱਡੇ ਇਕਨੋਮਿਸਟ ਆ, ਭਾਵੇਂ ਉਹ ਕੈਂਬਰਿਜ ਦੇ ਹੋਣ, ਭਾਵੇਂ ਉਹ ਆਕਸਫੋਰਡ ਦੇ ਹੋਣ, ਭਾਵੇਂ ਹਾਰਵਰਡ ਦੇ ਹੋਣ ਤੇ ਭਾਵੇਂ ਕਿਤੇ ਦੇ ਹੋਣ, ਇਹਨਾਂ ਨੇ ਉਹ ਸਾਰੀ ਇਕਨੋਮਿਕਸ ਨੂੰ, ਸਾਰੀ ਜਿਹੜੀ ਅਰਥ ਸ਼ਾਸਤਰ ਵਿਦਿਆ ਆ, ਉਹਨੂੰ ਬਿਲਕੁਲ ਜਿਹੜੀ ਸਿਰ ਪਰ ਨੇ ਖੜੀ ਆ ਪੈਰਾਂ ਪਰ ਕਰ ਦੇਣਗੇ। ਅੱਜ ਇੱਕੋ ਹੀ ਮਾਡਲ ਸਾਰਿਆਂ ਤੇ ਠੋਸਿਆ ਜਾ ਰਿਹਾ ਕਿ ਤੁਸੀਂ ਪਿੰਡ ਖਾਲੀ ਕਰੋ, ਪਿੰਡ ਖਾਲੀ ਕਰੋ, ਪਿੰਡ ਖਾਲੀ ਕਰੋ। ਜਿੱਥੇ ਪਿੰਡ ਖਾਲੀ ਹੋ ਗਏ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ। ਜਿਨ੍ਹਾਂ ਦੇਸ਼ਾਂ ਦੇ ਅੰਦਰ ਸਿਰਫ 1.5% ਪਾਪੂਲੇਸ਼ਨ, 1.5% ਅਮਰੀਕਾ ਦੇ ਵਿੱਚ ਪਿੰਡਾਂ 'ਚ ਰਹਿ ਗਈ, ਜਾਨੀ ਨਾ ਮਾਤਰ। ਜੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਪੈਸੇ ਨਾ ਦਿੱਤੇ ਜਾਣ ਤਾਂ ਉੱਥੇ ਟਿਕਣਗੇ ਨਹੀਂ, ਮਰ ਜਾਣਗੇ, ਖਤਮ ਹੋ ਜਾਣਗੇ, ਛੱਡ ਜਾਣਗੇ। ਤਾਂ ਸਾਡੇ ਦੇਸ਼ ਦੇ ਅੰਦਰ ਵੀ ਜੇ ਅਸੀਂ 1.5% 2% ਤੇ ਲਿਜਾਣਾ ਪਵੇ ਤਾਂ ਫਿਰ 50-55% ਕਿੱਥੇ ਸੁੱਟਾਂਗੇ ਅਸੀਂ ਲਿਜਾ ਕੇ? ਸਾਡੇ ਕੋਲ ਤੇ ਸਾਧਨ ਨਹੀਂ। ਇਸ ਲਈ ਇਸ ਮਾਡਲ ਨੂੰ ਚੁਣੌਤੀ ਦੇ ਰਿਹਾ ਇਹ ਜਿਹੜਾ ਅੰਦੋਲਨ ਕਿਸਾਨਾਂ ਦਾ, ਉਹ ਮਾਡਲ ਇਹ ਹੋਊਗਾ ਆਉਣ ਵਾਲੇ ਸਮੇਂ 'ਚ ਕਿ ਦੇਸ਼ ਦੇ ਅੰਦਰ ਇਥੋਂ ਦਾ ਵਾਤਾਵਰਨ, ਇਥੋਂ ਦੀ ਜ਼ਮੀਨ, ਇਥੋਂ ਦੇ ਲੋਕ, ਇਥੋਂ ਦੇ ਕਿਸਾਨ, ਇਥੋਂ ਦੇ ਜੰਗਲ, ਪਾਣੀ, ਜ਼ਮੀਨ, ਇਹ ਸਭ ਤੋਂ ਇਸ ਨਵੀਂ ਵਿਵਸਥਾ ਦਾ, ਨਵੇਂ ਮਾਡਲ ਦਾ ਮਜ਼ਦੂਰ, ਦਲਿਤ, ਔਰਤਾਂ, ਨੌਜਵਾਨ ਇਹ ਆਧਾਰ ਹੋਣਗੇ। ਜੇ ਇਹਨਾਂ ਨੂੰ ਘਾਟਾ, ਇਹਨਾਂ ਨੂੰ ਕਸਾਰਾ, ਇਹਨਾਂ ਨੂੰ ਕੁਝ ਨਹੀਂ ਮਿਲ ਰਿਹਾ ਤੇ ਕੋਈ ਸਾਨੂੰ ਇਹੋ ਜਿਹੀ ਡੈਮੋਕ੍ਰੇਸੀ ਦੀ ਲੋੜ ਨਹੀਂ। ਸਾਨੂੰ ਕੋਈ ਇਹੋ ਜਿਹੀ ਧੋਖੇਬਾਜ਼ੀ, ਦਗੇਬਾਜ਼ੀ, ਗਪੌੜਬਾਜ਼ੀ, ਲਿਫਾਫੇਬਾਜ਼ੀ ਦੀ ਕੋਈ ਲੋੜ ਨਹੀਂ ਹੈ। ਸਿਰਫ ਤੇ ਸਿਰਫ ਵੋਟਾਂ ਪਾ ਦੇਣ ਨਾਲ ਬਾਰ-ਬਾਰ ਡੈਮੋਕ੍ਰੇਸੀ ਨਹੀਂ ਹੁੰਦੀ। ਲੋਕ ਆਵਾਜ਼ ਨੂੰ ਦੱਬਿਆ ਜਾ ਰਿਹਾ, ਇਥੋਂ ਦੇ ਸੰਸਥਾਨਾਂ ਨੂੰ ਤਬਾਹ ਕੀਤਾ ਜਾ ਰਿਹਾ, ਇਥੋਂ ਦੇ ਹਰ ਕਿਸੇ ਦੇ ਜੋ ਕੋਈ ਹੱਕ ਹਕੂਕ ਲਈ ਲੜਦਾ, ਸੋਟੇ ਡਾਂਗ ਸੋਟੇ ਜੋ ਅੱਜ ਕਰਨਾਲ 'ਚ ਹੋਇਆ, ਲਹੂ ਲਹਾਨ ਕੀਤਾ ਗਿਆ ਕਿਸਾਨਾਂ ਨੂੰ। ਇਸ ਲਈ ਜਲਿਆਂਵਾਲੇ ਬਾਗ 'ਚ ਜਾ ਕੇ ਪ੍ਰਧਾਨ ਮੰਤਰੀ ਨਤਮਸਤਕ ਹੋਣ ਜਾਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਇਨਕਲਾਬੀ ਦੱਸਣ ਦੀ ਕੋਸ਼ਿਸ਼ ਕਰਨ, ਪਰ ਉਹਨਾਂ ਦਾ ਅਸਲੀ ਖੂੰਖਾਰ ਚਿਹਰਾ ਔਰ ਖੂਨੀ ਚਿਹਰਾ ਜੋ ਲੋਕਾਂ ਦਾ ਖੂਨ ਪੀ ਰਹੇ ਆ, ਉਹ ਸਾਫ਼-ਸਾਫ਼ ਲੋਕਾਂ 'ਚ ਨੰਗਾ ਹੋ ਚੁੱਕਾ। ਇਸ ਲਈ ਉਹ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣਾ ਖੂਨ ਦੇਸ਼ ਦੀ ਆਜ਼ਾਦੀ ਲਈ ਡੋਲਿਆ, ਉਹਨਾਂ ਤੇ ਆਪਣਾ ਛਾਇਆ ਨਾ ਪਾਉਣ, ਉਹਨਾਂ ਦੀ ਆਤਮਾ ਨੂੰ ਪਰੇਸ਼ਾਨ ਨਾ ਕਰਨ। ਮੈਂ ਤੇ ਇਹ ਕਹੂੰਗਾ ਕਿ ਇਹਨਾਂ ਲੋਕਾਂ ਨੂੰ ਬਿਲਕੁਲ ਇਹੋ ਜਿਹੀਆਂ ਜਗ੍ਹਾ ਤੋਂ ਦੂਰ ਰੱਖਣਾ ਚਾਹੀਦਾ। ਸੁਖਵਿੰਦਰ, ਮੈਂ ਹੈਰਾਨ ਹਾਂ, ਅੱਜ ਪਹਿਲੀ ਵਾਰੀ ਵਿਦਿਆਰਥੀਆਂ ਦੇ ਵਿੱਚ ਇਸ ਗੱਲ ਦੇ ਨਾਅਰੇ ਲੱਗੇ ਔਰ ਫੈਸਲਾ ਕੀਤਾ ਗਿਆ ਕਿ ABVP, ਜਿਹਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਕਹਿੰਦੇ ਆ, ਪੰਜਾਬ ਯੂਨੀਵਰਸਿਟੀ 'ਚ BJP ਦੀ ਬ੍ਰਾਂਚ ਹੈ, ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ। ਜਾਂ ਤੇ ਇਹ ਉਹਨਾਂ ਦੀ ਆਵਾਜ਼ ਛੱਡ ਕੇ ਕਿਸਾਨ ਮਜ਼ਦੂਰਾਂ ਦੇ ਬੱਚਿਆਂ ਦੇ ਹੱਕ 'ਚ ਆ ਕੇ ਖੜੇ ਹੋ ਜਾਣ, ਨਹੀਂ ਤੇ ਅਸੀਂ ਇਹਨਾਂ ਦਾ ਹਾਲ ਉਹੀ ਕਰਾਂਗੇ ਜੋ BJP ਦਾ ਤੇ ਉਹਨਾਂ ਦੇ ਹੋਰ ਹੱਥ ਠੋਕਿਆਂ ਦਾ ਤੇ ਉਹਨਾਂ ਦੇ ਹੋਰ ਪੈਰੋਕਾਰਾਂ ਦਾ ਪੰਜਾਬ, ਹਰਿਆਣੇ, UP 'ਚ ਹੋ ਰਿਹਾ। ਲਾਠੀਆਂ ਨਾਲ ਹੁਣ ਗੱਲ ਫੈਸਲੇ ਨਹੀਂ ਹੋਣਗੇ, ਫੈਸਲੇ ਵਿਚਾਰਾਂ ਨਾਲ ਹੋਣਗੇ, ਫੈਸਲੇ ਨਵੀਂ ਸੋਚ ਨਾਲ ਹੋਣਗੇ ਔਰ ਫੈਸਲੇ ਪਾਰਲੀਮੈਂਟ 'ਚ ਨਹੀਂ ਹੋਣਗੇ, ਸੜਕਾਂ ਦੇ ਹੋਣਗੇ। ਲੋਕ ਫੈਸਲੇ ਕਰਨਗੇ, ਲੋਕ ਸੰਸਦਾਂ ਫੈਸਲੇ ਕਰਨਗੀਆਂ, ਪੰਚਾਇਤਾਂ ਫੈਸਲੇ ਕਰਨਗੀਆਂ, ਸਾਡੀਆਂ ਆਮ ਸਭਾਵਾਂ ਫੈਸਲੇ ਕਰਨਗੀਆਂ।
लोक शक्ति, उसकी ताकत और उसकी अहमियत लोग पछाण चुके हैं। साडा देश एक बड़े इनकलाब दे, बड़ी तब्दीली दे, जिहड़ी कि लगातार लोग इंतजार कर रहे सीगे आजादी तो बाद कि आजादी तो आई, आजादी लगदी ही नहीं। कादी आजादी हुई? सानू तो रोटी भी नहीं मिली, साडे ते नियाणे भी भुखे मर गए, सानू ते हस्पताल च कोई पुछदा नहीं। ये हुण उन्हां नूं अंदाजा लगा कि असल च आजादी सीगी ही नहीं। वो ਜਿਹੜੀ ਆਜ਼ਾਦੀ ਦਾ ਇਹ ਸੁਪਨਾ ਲਈ ਬੈਠੇ ਸੀ ਉਹ ਨਹੀਂ ਸੀਗੀ। ਸੁਖਵਿੰਦਰ, ਉਸ ਦੀ ਬੁਨਿਆਦ ਕਿਸਾਨ ਵੀਰਾਂ ਨੇ, ਮਜ਼ਦੂਰਾਂ ਨੇ, ਨੌਜਵਾਨਾਂ ਨੇ ਮਿਲ ਕੇ ਰੱਖ ਦਿੱਤੀ ਹੈ। ਇਹ ਜਨ ਅੰਦੋਲਨ ਕੱਲੇ ਦੇਸ਼ ਨੂੰ ਹੀ ਜਾਗਰਤੀ ਦੇ ਵਿੱਚੋਂ ਦੀ ਕੱਢ ਕੇ ਜਾਂ ਕੱਲੇ ਦੇਸ਼ ਦੇ ਵਿੱਚ ਇੱਕ ਨਵੇਂ ਆਭਾਰ ਤੇ ਨਵੇਂ ਲੋਕਤੰਤਰ ਤੇ ਨਵੇਂ ਲੋਕ ਅੰਦੋਲਨ ਲਈ ਨੂੰ ਹੀ ਮਜ਼ਬੂਤ ਨਹੀਂ ਕਰੂਗਾ, ਸਮੁੱਚੀ ਦੁਨੀਆ ਦੇ ਜਿਹੜੇ ਮਾਡਲ ਹੈਗੇ ਆ ਉਹਨਾਂ ਨੂੰ ਪਲਟ ਕੇ ਰੱਖ ਦਊਗਾ। ਇਹ ਮੇਰੇ ਤੁਸੀਂ ਗੱਲ ਨੂੰ ਯਾਦ ਰੱਖਿਓ, ਕਿਉਂਕਿ ਉਸ ਤੋਂ ਬਗੈਰ ਕੋਈ ਗੁਜ਼ਾਰਾ ਹੀ ਨਹੀਂ। ਜਿੰਨਾ ਧਨ ਦੌਲਤ, ਜਿੰਨੇ ਦੇਸ਼ ਦੇ ਐਸੈਟਸ, ਜਿੰਨੇ ਦੇਸ਼ ਦੇ ਸਾਰੀ ਜ਼ਮੀਨ ਜਾਇਦਾਦ, ਹੋਰ ਪੈਸਾ ਧੇਲਾ, ਇਹ ਚੰਦ ਗਿਣਤੀ ਤੇ ਉਂਗਲਾਂ ਤੇ ਗਿਣੇ ਜਾਂਦੇ ਲੋਕਾਂ ਨੇ ਆਪਣੀ ਜੇਬਾਂ 'ਚ ਪਾ ਕੇ ਰੱਖ ਲਿਆ। ਲੋਕ ਹੁਣ ਕੱਲੀ ਕੱਲੀ ਗੱਲ ਦਾ ਹਿਸਾਬ ਮੰਗਣਗੇ। ਤੁਸੀਂ ਪੰਜਾਬ 'ਚ ਦੇਖ ਲਿਆ, ਜਿਹੜੀ ਵੀ ਪਾਰਟੀ ਹੋਵੇ, ਕੋਈ ਵੀ ਪਾਰਟੀ ਹੋਵੇ, ਰਾਜਨੀਤਿਕ ਬੰਦਾ ਹੋਵੇ, ਉਹ ਇੱਕ ਗੱਲ ਤੇ ਪੁੱਛਣ ਹੀ ਲੱਗ ਗਏ ਆ, ਸਾਨੂੰ ਪੁਰਾਣਾ ਜਵਾਬ ਦਿਓ ਪਹਿਲੀਆਂ ਗੱਲਾਂ ਦਾ, ਪਹਿਲੀਆਂ ਵਾਅਦਿਆਂ ਦਾ, ਤੇ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਦਿਓ। ਜਵਾਬ ਦਿਓ, ਹਿਸਾਬ ਦਿਓ। ਦੀ ਮੂਵਮੈਂਟ ਜੋ ਇੱਥੇ ਜ਼ੋਰ ਫੜ ਰਹੀ ਹੈ, ਮੈਨੂੰ ਲੱਗਦਾ ਉਹਨੂੰ ਜੋ ਸ਼ਕਤੀ ਲਗਾਤਾਰ ਮਿਲ ਰਹੀ ਹੈ, ਉਹ ਦੇਸ਼ ਦੀ ਕਾਇਆ ਜ਼ਰੂਰ ਪਲਟ ਕੇ ਰੱਖ ਦਊਗੀ। ਹਾਂਜੀ ਜੀ 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 ਪ੍ਰੋਫੈਸਰ ਸਾਹਿਬ, ਜਿਵੇਂ ਮੈਂ ਕਿਹਾ ਸੀ ਕਿ ਬੀਜੇਪੀ ਦੇ ਲੀਡਰ ਇਹ ਗੱਲ ਕਹਿੰਦੇ ਨੇ ਕਿ ਸਾਡਾ ਵੀ ਸੰਵਿਧਾਨਕ ਹੱਕ ਆ, ਅਸੀਂ ਲੋਕਾਂ 'ਚ ਵਿਚਰੀਏ, ਕਿਸਾਨ ਆਪਣੇ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਨ, ਪਰ ਇਹਦਾ ਮਤਲਬ ਇਹ ਨਹੀਂ। ਉਹ ਕਹਿੰਦੇ ਕਿਸਾਨਾਂ ਨੇ ਹੱਥ ਵਿੱਚ ਝੰਡੇ ਵੀ ਫੜੇ ਨੇ ਤੇ ਡੰਡੇ ਵੀ ਫੜੇ ਹੋਏ ਨੇ, ਇਸ ਕਰਕੇ ਉਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾ ਰਿਹਾ। ਇਹ ਸੰਵਿਧਾਨਕ ਹੱਕ ਥੋੜਾ ਜਿਹਾ ਸਮਝਾਇਓ ਕਿ ਕਿੱਥੇ ਕਿਹੜਾ ਸਹੀ ਆ। ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਹਰ ਇੱਕ ਨੂੰ ਆਪਣਾ ਵਿਚਾਰ ਰੱਖਣ ਦਾ ਅਧਿਕਾਰ ਹੈ, ਪਰ ਸਾਨੂੰ ਇਹ ਦੱਸਣ ਅਸੀਂ ਆਪਣੇ ਨੁਮਾਇੰਦੇ ਚੁਣ ਕੇ ਪਾਰਲੀਮੈਂਟ 'ਚ ਭੇਜੇ ਆ। ਪੈਗਾਸਸ ਤੇ ਬਹਿਸ ਕਿਉਂ ਨਹੀਂ ਕਰਾਈ? ਸਾਰੇ ਦਾ ਸਾਰਾ ਸੈਸ਼ਨ, ਕਈ ਕਰੋੜਾਂ ਰੁਪਏ ਤੁਸੀਂ ਜਿਹੜੇ ਕਿ ਅਸੀਂ ਪਾਲੇ ਹੋਏ ਆ, 550 ਉੱਥੇ MP ਉਹਨਾਂ ਤੇ ਖਰਚੇ ਆਏ ਆ, ਤੁਸੀਂ ਬਹਿਸ ਕਿਉਂ ਨਹੀਂ ਕਰਾਈ ਪਾਰਲੀਮੈਂਟ ਦੇ ਸੈਸ਼ਨ 'ਚ? ਧੱਕੇ ਨਾਲ ਬਿੱਲ ਕਿਵੇਂ ਪਾਸ ਕਰ ਲਏ? ਤੁਸੀਂ ਵਿਰੋਧੀ ਧਿਰਾਂ ਦੀ ਆਵਾਜ਼, ਜਿਹੜੀ ਕਿ ਲੋਕ ਆਵਾਜ਼ ਆ, ਕਿਉਂਕਿ ਵਿਰੋਧੀ ਪਾਰਟੀਆਂ ਲੋਕਾਂ ਦੇ ਮੁੱਦਿਆਂ ਨੂੰ ਉੱਥੇ ਰੱਖਦੀਆਂ ਆ, ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਉੱਥੇ ਡਿਸਕਸ ਕੀਤੀ ਪਾਰਲੀਮੈਂਟ? ਜੇ ਤੁਸੀਂ ਅੰਦਰ, ਜਿੱਥੇ ਤੁਹਾਨੂੰ ਚੁਣ ਕੇ ਭੇਜਿਆ, ਲੋਕਤੰਤਰ ਦਾ ਮੰਦਿਰ ਹੈ, ਤੁਸੀਂ ਉੱਥੇ ਲੋਕਾਂ ਦੀ ਗੱਲ ਨਹੀਂ ਸੁਣੋਗੇ ਤੇ ਤੁਹਾਨੂੰ ਲੋਕ ਬਾਹਰ ਹਾਰ ਪਾਉਣਗੇ ਤੁਹਾਡੇ। ਇਹੀ ਇੱਕ ਸਿਮਰਿੰਗ ਇਨਕਲਾਬ, ਫੁਰ ਕਰਦਾ, ਹੌਲੀ ਹੌਲੀ ਗਰਮ ਹੁੰਦਾ ਇਨਕਲਾਬ ਦੀ ਬੁਨਿਆਦ ਹੈ। ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਅਸੀਂ ਕਿਸੇ ਨੂੰ ਕੋਈ ਮਾਰਨਾ ਨਹੀਂ ਚਾਹੁੰਦੇ, ਅਸੀਂ ਸ਼ਾਂਤੀ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਅਸੀਂ ਦੂਸਰਿਆਂ ਦਾ ਸਹਾਰਾ ਬਣਨਾ ਚਾਹੁੰਦੇ ਹਾਂ। ਪਰ ਉਹ ਸਹਾਰਾ ਤਾਂ ਬਣ ਸਕਦੇ ਸੁਖਵਿੰਦਰ, ਜੇ ਖੁਦ ਸਾਡੀਆਂ ਲੱਤਾਂ ਪਹਿਲਾਂ ਸਾਡਾ ਭਾਰ ਚੱਲਣਗੀਆਂ। ਉਹ ਸਾਡੀਆਂ ਲੱਤਾਂ ਸਾਡਾ ਭਾਰ ਤਾਂ ਚੱਲਣਗੀਆਂ ਜੇ ਇਸ ਦੇਸ਼ ਦੇ ਅੰਦਰ ਜੋ ਸਾਡੇ ਬਣਦੇ ਹੱਕ ਹਕੂਕ ਆ, ਉਹ ਸਾਨੂੰ ਲਗਾਤਾਰ ਇਨਸ਼ੋਰ ਕੀਤੇ ਜਾਣਗੇ, ਸਾਨੂੰ ਮਿਲਦੇ ਹੋਣਗੇ। ਪਰ ਜੇ ਸਾਡੇ ਹੀ ਢਿੱਡ 'ਚ ਰੋਟੀ ਨਹੀਂ, ਅਸੀਂ ਗਵਾਂਢੀ ਦੀ ਮਦਦ ਕੀ ਕਰਨੀ ਆ, ਅਸੀਂ ਦੇਸ਼ ਦੇ ਬਾਰੇ ਕੀ ਸੋਚਣਾ ਆ, ਉਹ ਨਹੀਂ ਹੋ ਸਕਦਾ। ਜੇ ਤੁਸੀਂ, ਮੈਂ ਬੀਜੇਪੀ ਦੀ ਗੱਲ ਕਹਿ ਰਿਹਾ, ਜੇ ਉਹ ਸੰਵਿਧਾਨ ਦੇ ਰਕਸ਼ਕ ਹੋਣ, ਜੇ ਉਹ ਲੋਕਾਂ ਦੇ ਹੱਕ 'ਚ ਖੜੇ ਹੋਣ, ਜੇ ਲੋਕ ਸੇਵਾ ਕਰਨ ਦਾ ਜੋ ਵਾਅਦੇ ਕਰਦੇ ਆ ਉਹਦੇ ਤੇ ਵਾਕਿਆ ਡਿਊਟੀ ਦੇ ਰਹੇ ਹੋਣ, ਤਾਂ ਬਿਲਕੁਲ ਤੁਹਾਡੇ ਗਲ ਹਾਰ ਵੀ ਪਾਏ ਜਾਣਗੇ, ਲੋਕ ਹਰ ਕੁਰਬਾਨੀ ਤੁਹਾਡੀ ਖਾਤਰ ਕਰਨਗੇ। ਪਰ ਜੇ ਤੁਸੀਂ ਲੋਕਾਂ ਦੇ ਵਿਰੁੱਧ ਸਾਜ਼ਿਸ਼ਾਂ ਕਰੋਗੇ, ਕਾਰਪੋਰੇਟਾਂ ਦੇ ਹੱਥ ਮਜ਼ਬੂਤ ਕਰੋਗੇ, ਤੇ ਲੋਕਾਂ ਦੇ ਮਨਾਂ 'ਚ ਤੁਹਾਡੇ ਬਾਰੇ ਜਿਹੜਾ ਬਿੰਬ ਚਿਤਵਿਆ ਜਾਊਗਾ, ਉਹ ਹੋਊਗਾ ਡਾਕੂਆਂ ਵਾਲਾ, ਗਦਾਰਾਂ ਵਾਲਾ, ਦੇਸ਼ ਧਰੋਹੀਆਂ ਵਾਲਾ, ਦੇਸ਼ ਵਿਰੋਧੀਆਂ ਵਾਲਾ।
ਤੇ ਫਿਰ ਲੋਕ ਤੁਸੀਂ ਕਹਿੰਦੇ ਆ ਕਿ ਤੁਹਾਨੂੰ ਉਸੇ ਤਰੀਕੇ ਨਾਲ ਚੱਲਣ ਫਿਰਨ ਦੇਣ, ਤੁਹਾਨੂੰ ਆਜ਼ਾਦ ਖੁੱਲਾ ਛੱਡ ਦੇਣ ਜਿਵੇਂ ਕੋਈ ਗੈਂਗਸਟਰ ਹੁੰਦੇ ਆ। ਇਹ ਤੇ ਕੋਈ ਕਿਤੇ ਡੈਮੋਕ੍ਰੇਸੀ 'ਚ ਨਹੀਂ ਲਿਖਿਆ, ਕਿਤੇ ਲੋਕਤੰਤਰ 'ਚ ਨਹੀਂ ਲਿਖਿਆ। ਤੁਸੀਂ ਆਪਣੇ ਆਪ ਨੂੰ ਸੁਧਾਰੋ, ਲੋਕਾਂ ਦੇ ਨਾਲ ਜੋੜ ਕੇ ਆਪਣੀ ਰਾਜਨੀਤੀ ਨੂੰ ਜੋੜੋ, ਫਿਰ ਦੇਖੋ ਕਿ ਕਿਵੇਂ ਲੋਕ ਤੁਹਾਡੇ ਨਾਲ ਤੁਹਾਡੇ ਗੁਣ ਗਾਇਨ ਕਰਦੇ ਆ। ਇਸ ਲਈ ਇਹ ਉਹਨਾਂ ਦਾ ਤਰਕ ਕਿ ਸਾਡਾ ਵੀ ਹੱਕ ਆ ਲੋਕਾਂ ਦਾ ਚੰਗੇ ਕੰਮ ਕਰਨ ਦਾ, ਚੰਗੀ ਰਾਜਨੀਤੀ ਦਾ, ਚੰਗੀ ਸੋਚ ਦਾ ਬਿਲਕੁਲ ਹੱਕ ਆ। ਪਰ ਗੁੰਡਾਗਰਦੀ ਦਾ, ਲੋਕਾਂ ਤੇ ਡਾਂਗਾ ਚਲਾਉਣ ਦਾ, ਲੋਕਾਂ ਤੇ ਝੂਠੇ ਮੁਕੱਦਮੇ ਕਰਨ ਦਾ, FIR ਦਰਜ ਕਰਨ ਦਾ ਬਿਲਕੁਲ ਤੁਹਾਡਾ ਕੋਈ ਅਧਿਕਾਰ ਨਹੀਂ ਹੈ। ਲੋਕ ਇਸੇ ਤਰ੍ਹਾਂ ਤੁਹਾਡੇ ਕੋਲ ਜਵਾਬਦੇਹੀ ਮੰਗਦੇ ਰਹਿਣਗੇ, ਪ੍ਰੋਟੈਸਟ ਕਰਦੇ ਰਹਿਣਗੇ। ਬਿਲਕੁਲ ਬਿਲਕੁਲ। ਨਾਲੋਂ ਨਾਲ ਇੱਕ ਗੱਲ ਬੀਜੇਪੀ ਵਾਲੇ ਕਹਿੰਦੇ ਨੇ ਕਿ ਜਿਹੜਾ ਗੰਨਾ ਕਿਸਾਨਾਂ ਦਾ ਮਸਲਾ ਹੈ ਉਹ ਸਾਰਾ ਸੋਚਿਆ ਸਮਝਿਆ ਸੀ ਜਿਹੜਾ ਪੰਜਾਬ ਦੇ ਵਿੱਚ ਹੋਇਆ। ਜਿਵੇਂ ਮੈਂ ਕਿਹਾ ਕਿ ਜਿਹੜੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਨੇ ਕਿਹਾ ਕਿ ਸਾਡੇ ਵਾਲਾ ਲੱਡੂ ਵੀ ਖਾ ਕੇ ਦੇਖੋ। ਇਹਨੂੰ ਕਿੱਦਾਂ ਦੇਖਦੇ ਹੋ? ਕਹਿੰਦੇ 2022 ਦੇ ਵਿੱਚ ਰੇਟ ਮਿਲਣਾ, ਹੁਣੇ ਹੀ ਸਾਰਾ ਕੁਝ ਏਦਾਂ ਹੀ ਇੱਕ ਪ੍ਰੋਪੇਗੰਡਾ ਲੱਗਦਾ ਆ। ਨਹੀਂ ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਿਹੜਾ ਹੁਣ ਤੈਅ ਹੋ ਗਿਆ 22 ਦੇ ਵਿੱਚ ਕਿਉਂ ਮਿਲਣਾ ਆ? ਗੰਨਾ ਤੇ ਹੁਣੇ ਪੀੜਿਆ ਜਾਣਾ ਸ਼ੁਰੂ ਹੋ ਜਾਣਾ ਆ। ਦੁਸਹਿਰੇ ਤੋਂ ਬਾਅਦ ਥੋੜਾ ਮਿੱਲਾਂ ਚੱਲਣ ਲੱਗ ਪੈਂਦੀਆਂ ਹੋਰ 15 ਦਿਨਾਂ ਬਾਅਦ, ਹੈ ਨਾ। ਦੁਸਹਿਰੇ ਤੇ ਗੰਨਾ ਚੂਪ ਕੇ ਉਹਦਾ ਇਨੈਗੂਰੇਸ਼ਨ ਹੋ ਜਾਂਦਾ ਗੰਨਿਆਂ ਦਾ। ਇਸ ਲਈ ਇਹ ਤੇ ਕਰ ਰਿਹਾ ਐਵੇਂ 2021 ਚ ਸ਼ੁਰੂ ਹੋ ਜਾਊਗਾ। ਇਹ ਕੋਈ ਗੱਪ ਨਹੀਂ ਹੈ। ਪਰ ਮੈਂ ਇਹ ਵੀ ਦੱਸ ਦਿਆਂ, ਇਹੀ ਕਾਂਗਰਸ ਜੇ ਪਿਛਲੇ ਸਾਲ 310 ਵੀ ਨਹੀਂ ਪੂਰੇ ਦਿੱਤੇ, ਜੇ ਐਤਕੀ 360 ਲੱਡੂ ਤੇ ਚਲੋ ਬਾਅਦ ਦੀਆਂ ਗੱਲਾਂ, 360 ਦੇਣ ਲਈ ਮੰਨੀ ਹੈ ਤੇ ਧੌਣ ਤੇ ਗੋਡਾ ਰੱਖ ਕੇ ਮੰਗਵਾਈ ਹੈ, ਲੋਕ ਸ਼ਕਤੀ ਦੀ ਖਾਤਰ ਮੰਨੀ। ਵੋਟਾਂ ਦਾ ਤੇ ਉਹਨਾਂ ਦਾ ਹਿੱਤ ਹੈ ਹੀ ਹੈ। ਪਰ ਤੁਹਾਡਾ ਕੀ ਖਿਆਲ ਹੈ 360 ਲੈ ਕੇ ਲੋਕ ਉਹਨਾਂ ਦੇ ਭਗਤ ਬਣ ਗਏ, ਕਿਸਾਨ ਉਹਨਾਂ ਦੇ ਭਗਤ ਬਣ ਗਏ ਆ? ਹਾਂ ਇੰਨਾ ਹੈ ਕਿ ਉਹੋ ਜਿਹਾ ਰੋਸ ਨਹੀਂ ਹੋਊਗਾ ਜੋ ਖੱਟਰ ਦਾ ਕਰਨਾਲ 'ਚ ਹੋਇਆ। ਜੇ ਅੱਜ ਲੋਕ ਕਾਂਗਰਸ ਦੇ ਵਿਰੁੱਧ ਨਹੀਂ ਭੜਕੇ ਪੰਜਾਬ 'ਚ, ਕਾਰਨ ਕੀ ਹੈ? ਕਿ ਕਾਂਗਰਸ ਨੇ ਉਹੋ ਜਿਹੀ ਬਦਤਮੀਜ਼ੀ ਨਹੀਂ ਕੀਤੀ, ਕੋਈ ਗੁੰਡਾਗਰਦੀ ਨਹੀਂ ਕੀਤੀ। ਭਾਵੇਂ ਟਰੈਕਾਂ ਤੇ ਬੈਠੇ ਸੀ, ਮੋਦੀ ਨੇ ਬਥੇਰਾ ਕਿਹਾ ਇਹਨਾਂ ਨੂੰ ਉਠਾਓ, ਕਹਿੰਦੇ ਮੈਂ ਨਹੀਂ ਉਠਾ ਸਕਦਾ। ਇੰਨੀ ਗੱਲ ਤੇ ਤੁਸੀਂ ਕ੍ਰੈਡਿਟ ਇਸ ਗਵਰਨਮੈਂਟ ਨੂੰ ਦਿਓਗੇ ਹੀ ਨਾ ਕਿ ਉਹਨੇ ਪ੍ਰੋਟੈਸਟ ਕਰਨ ਦਿੱਤਾ। ਇੱਥੇ ਕਿਉਂ ਨਹੀਂ ਇਹਨੂੰ ਘੇਰਦੇ? ਕਾਂਗਰਸ ਨੂੰ, ਖੱਟੜ ਨੂੰ ਕਿਉਂ ਘੇਰਦੇ ਆ? ਕਿਉਂਕਿ ਖੱਟੜ ਖੱਟੀਆਂ ਮਿੱਠੀਆਂ ਕਰਦਾ। ਕਿਉਂਕਿ ਖੱਟੜ ਜਿਹੜਾ ਆ ਉਹ ਆਪਣਾ ਮਾਲਕਾਂ ਦੇ ਜਿਹੜੇ ਉਹਨਾਂ ਦੇ ਲੀਡਰ ਹੈਗੇ ਆ ਉੱਪਰ, ਉਹਨਾਂ ਦੇ ਪਿੱਛੇ ਦੁੰਬ ਹਿਲਾ ਕੇ ਉਹਨਾਂ ਦੇ ਵਫਾਦਾਰੀ ਦਿਖਾਉਣ ਲਈ ਕਿਸਾਨਾਂ ਨੂੰ ਕੁੱਟ ਰਿਹਾ। ਇਹ ਨਹੀਂ ਚੱਲੂਗਾ। ਔਰ ਜੇ ਤੁਹਾਡੇ 'ਚ ਦਮ ਹੈ ਤੇ ਤੁਸੀਂ 400 ਰੁਪਇਆ ਕਰ ਦਿਓ। ਤੁਹਾਨੂੰ ਕੀ ਕਹਿੰਦਾ ਕੋਈ? ਬਥੇਰੇ ਮੋਦੀ ਕੋਲ ਪੈਸੇ ਆ, ਬਥੇਰੇ ਕਾਰਪੋਰੇਟਾਂ ਨੂੰ ਦਿੰਦੇ ਆ, ਦਿਓ 400 ਰੁਪਇਆ ਕੁਇੰਟਲ। ਤੁਸੀਂ ਵੀ, ਹਰਿਆਣੇ ਵਾਲੇ ਵੀ ਦੇਣ। ਆਪੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਕੀ ਤੁਸੀਂ ਕਿੰਨੇ ਕੁ ਕਿਸਾਨਾਂ ਨਾਲ ਆ, ਕਿੰਨੇ ਆ ਕਿ ਨਹੀਂ। ਲੋਕਾਂ ਦਾ ਹੱਕ ਬਣਦਾ। ਇਸ ਲਈ ਇਹ ਗੱਲਾਂ ਕਰਨੀਆਂ ਕਿ ਆਹ ਹੋ ਗਿਆ ਸਾਡਾ ਲੱਡੂ ਖਾ ਕੇ ਦੇਖੋ, ਤੁਹਾਡੇ ਲੱਡੂ ਨੂੰ ਖਾਣ ਤੋਂ ਬਾਅਦ ਹੀ ਸਾਨੂੰ ਪਤਾ ਲੱਗਿਆ ਕਿ ਉਹਦੇ ਅੰਦਰ ਜ਼ਹਿਰ ਪਾਈ। ਉਹਦੇ ਤੇ ਥੁੱਕਣਗੇ ਵੀ ਨਹੀਂ ਲੋਕ, ਖਾਣਾ ਦੇ ਕੀ ਹੈ ਪਤਾ ਲੱਗਦਾ ਕਿ ਸਾਡਾ ਹਾਲਤ ਕੀ ਹੋਊਗਾ। ਬੰਦਾ ਉੱਥੇ ਫੁੜਕ ਕੇ ਡਿੱਗ ਪਊਗਾ। ਉਹ ਲੱਡੂ ਨਹੀਂ ਹੈ, ਜ਼ਹਿਰ ਆ। ਤੁਸੀਂ ਲੱਡੂ ਦੇ ਨਾਂ ਤੇ ਜ਼ਹਿਰ ਖਵਾਉਣਾ ਚਾਹੁੰਦੇ ਆ। ਇੱਥੇ ਵੀ ਇਹ ਲੱਡੂ ਦੇਖ ਕੇ ਮੌਕੇ ਤੇ ਆਪਣੇ ਜਿਹਨੇ ਵੀ ਖਵਾਲੇ ਤੇ ਜਿਹਨੇ ਵੀ ਖਾਦੇ, ਮੈਂ ਨਹੀਂ ਕਹਿੰਦਾ, ਪਰ ਇੱਕ ਵਾਰੀ ਕਿਸਾਨਾਂ ਨੂੰ ਵੀ ਲੱਗਾ ਕਿ ਸਾਡੀ ਜਿੱਤ ਆ, ਸਾਡੀ ਏਕੇ ਦੀ ਜਿੱਤ ਆ। ਦੂਜੇ ਪਾਸੇ ਸਾਡੀ ਸਰਕਾਰ ਨੂੰ ਤੇ ਕੈਪਟਨ ਨੂੰ ਵੀ ਲੱਗਾ ਕਿ ਸ਼ੁਕਰ ਆ ਇਹਨਾਂ ਭੁੰਡਾਂ ਤੋਂ ਬਚ ਗਏ, ਨਹੀਂ ਤੇ ਮੇਰਾ ਤੇ ਨੱਕ 'ਚ ਦਮ ਕਰ ਦੇਣਾ ਸੀ। ਨਾਲ ਹੀ ਉਹਨੂੰ ਇਹ ਵੀ ਹੋਇਆ ਕਿ ਸਿੱਧੂ ਤੋਂ ਵੀ ਥੋੜਾ ਮੈਂ ਛੁਟਕਾਰਾ ਪਿਆ, ਕਿਸਾਨਾਂ ਦੀ ਮੇਰੇ ਨਾਲ ਸਿੰਪਥੀ ਹੋਈ ਹੈ ਤੇ ਸਿੱਧੂ ਨੂੰ ਵੀ ਉਹ ਲੱਡੂ ਦਿਖਾਉਣਾ ਚਾਹੁੰਦੇ ਸੀ ਕਿ ਦੇਖ ਕਿਸਾਨ ਮੇਰੇ ਨਾਲ ਕਿੰਨਾ ਖੁਸ਼। ਉਹ ਰਾਜਨੀਤੀ ਅਲੱਗ ਆ। ਪਰ ਇੱਕ ਗੱਲ ਤੇ ਸਾਫ਼ ਹੈ ਨਾ ਕਿ 360 ਰੁਪਏ ਕੁਇੰਟਲ ਸਾਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਭਾਅ ਤੈਅ ਕਰਵਾ ਲੈਣਾ 4 ਦਿਨਾਂ ਦੇ ਵਿੱਚ ਹੜਤਾਲ ਕਰਕੇ, ਇਹ ਛੋਟੀ ਗੱਲ ਨਹੀਂ ਹੈ। ਕਿਸਾਨਾਂ ਦੀ ਬੜੀ ਵੱਡੀ, ਉਹਨਾਂ ਦੇ ਏਕੇ ਦੀ ਤੇ ਬੜੀ ਮੂਵਮੈਂਟ ਦੀ ਜਿੱਤ ਹੈ। ਬਿਲਕੁਲ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਨ ਪ੍ਰੋਫੈਸਰ ਮਨਜੀਤ ਸਿੰਘ। ਕਿਸਾਨਾਂ ਦੇ ਨਾਲ ਜੋ ਕੁਝ ਹੋਇਆ, ਉਸ ਤੋਂ ਬਾਅਦ ਕਿਸਾਨਾਂ ਨੇ ਜਿਸ ਢੰਗ ਦੇ ਨਾਲ ਪੂਰੇ ਹਰਿਆਣਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੜਕਾਂ ਜਾਮ ਰਹਿਣਗੀਆਂ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ। ਸਰਕਾਰ ਜਿਹੜੀ ਹੈ, ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਬੰਦੇ ਗ੍ਰਿਫਤਾਰ ਕੀਤੇ ਗਏ, ਕਿਸਾਨ, ਉਹਨਾਂ ਨੂੰ ਛੱਡਿਆ ਨਹੀਂ ਜਾਂਦਾ। ਇਹ ਸਾਰਾ ਕੁਝ ਇਸ ਢੰਗ ਦੇ ਨਾਲ ਜਾਰੀ। ਲੋਕ ਜਿਹੜੇ ਨੇ ਉਹ ਸਵਾਲ ਚੁੱਕਦੇ ਨੇ ਕਿ ਆਖਿਰਕਾਰ ਕਿਉਂ ਨਹੀਂ ਕਿਸਾਨਾਂ ਦੇ ਅੰਦੋਲਨ ਦਾ ਹੱਲ ਕੱਢਿਆ ਜਾ ਰਿਹਾ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਸੜਕਾਂ ਦੇ ਕਿਸਾਨ ਬੈਠੇ ਨੇ,
ਮਸਲੇ ਦਾ ਹੱਲ ਕੱਢੋ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।